ਸੀ। ਇਹਨਾਂ ਦੋਨਾਂ ਨੂੰ ਅਰੈਸਟ ਕੀਤਾ। ਰਮੇਸ਼ ਦੇ ਕੋਲੋਂ ਇੱਕ 315 ਬੋਰ ਦਾ ਕੱਟਾ ਮਿਲਿਆ ਜਿਹੜਾ ਤੁਸੀਂ ਦੇਖਿਆ ਹੋਇਆ ਪਹਿਲੇ ਨੰਬਰ ਤੇ ਰੱਖਿਆ, ਤੇ 2 ਰਾਉਂਡ ਜਿਹੜੇ ਨੇ 315 ਬੋਰ ਦੇ ਉਹਦੇ ਕੋਲੋਂ ਰਿਕਵਰ ਹੋਏ। ਇसी तरीके से मोहिंदर एलियस डीके ਜਿਹੜਾ ਹੈ ਇਹਦੇ ਕੋਲ ਇੱਕ 32 ਬੋਰ ਦਾ ਜਿਹੜਾ ਹੈ ਪਿਸਟਲ ਮਿਲਿਆ ਹੈ ਤੇ ਨਾਲ ਜਿਹੜੇ 8 ਰਾਉਂਡ ਮਿਲੇ। ਇਹਦੇ ਕਰਕੇ ਜੋ ਹੈ ਇਹ ਲੋਕਲ ਮੇਡ ਹੈ ਕਿ ਨਹੀਂ, ਇਹ ਤੁਹਾਡੇ ਕੋਲ ਨਹੀਂ ਹੈ ਜੀ, ਜਿਹੜੇ ਇੱਥੇ ਲੋਕਲੀ ਇਹਨਾਂ ਨੇ ਪ੍ਰੋਕਿਓਰ ਕੀਤੇ ਹੈ। ਔਰ ਇਹਨਾਂ ਦੀ ਪੁੱਛਗਿੱਛ ਜਦੋਂ ਸ਼ੁਰੂ ਹੋਈ ਤੇ ਇਹਦੇ ਤੇ ਖੁਲਾਸੇ ਹੋਣੇ ਸ਼ੁਰੂ ਹੋਏ ਕਿ ਇਹ ਬੰਦੇ ਜਿਹੜੇ ਨੇ ਇਹਨਾਂ ਦੇ ਇੱਕ ਗੈਂਗਸਟਰ ਜੋ यूएसए ਵਿੱਚ ਬੈਠਾ ਹੈ ਅਮਰਿਤ ਬਲ, जो बुलत का रहने वाला है, और एक संदीप सिंह इलियास शैली जेड़ा कॉलगढ़ अमलो का रहने वाला है, इन्हां दा साथी संदीप सिंह इलियास शैली। हाँ जी, ये सारा है जी। सेकंड गुरजंट सिंह जेंटी जेड़ा है बुलेपुर का रहने वाला है, समेत एक सुखबीर सिंह जेड़ा है जो कि बुलेपुर का ही रहने वाला है, उन्होंने अरेस्ट किया गया। और ये बंदियां नूं बुलेपुर तो अरेस्ट करके और सुखबीर कोलों एक 9mm का वैपन ते 20 राउंड जेड़े पुलिस वालों रिकवर किए गए। सो ये एक बंदे ਜਿਹੜੇ ਨੇ ਇੱਥੇ ਸੰਦੀਪ ਸਿੰਘ ਸ਼ੈਲੀ ਤੇ ਗੁਰਜੰਟ ਜੈਂਟੀ, ਇਹਨਾਂ ਦੇ ਲਿੰਕ ਜਿਹੜੇ ਸਿੱਧੇ ਅੰਮ੍ਰਿਤ ਬਲ ਤੇ ਹੋਰ ਵੀ ਜਿਹੜੇ ਅਲੱਗ-ਅਲੱਗ ਟਾਈਪ ਦੇ ਬੰਦੇ ਜਿਹੜੇ ਨੇ ਟੈਰਰਿਸਟ ਟਾਈਪ ਦੇ ਉਹਨਾਂ ਨਾਲ ਪਾਏ ਗਏ। ਔਰ ਇਸ ਬਿਨਾ ਦੇ ਵਿੱਚ ਅੱਗੇ ਤਫਤੀਸ਼ ਜਿਹੜੀ ਹੈ ਤੋਰੀ ਗਈ। ਤੋਂ ਇਹਨਾਂ ਦੀ ਪੁੱਛਗਿੱਛ ਔਰ ਡਿਟੇਲਡ ਜਿਹੜੀ ਹੈ ਐਨਾਲਿਸਿਸ ਤੋਂ 18/12 ਨੂੰ 3 ਹੋਰ ਸ਼ਖਸ ਜਿਹੜੇ ਨੇ ਸਾਡੀ ਜਿਹੜੇ ਗਿਰਫਤ ਵਿੱਚ ਆਏ। ਇਹਨਾਂ ਵਿੱਚੋਂ ਇੱਕ ਹਰਸਿਮਰਨਜੀਤ ਸਿੰਘ ਸੇਮਾ ਕਰਕੇ ਹੈ ਜਿਹੜਾ ਕਿ ਵੈਪਨ अक्सर ਜਿਹੜਾ ਹੈ ਮੱਧ ਪ੍ਰਦੇਸ਼ ਵਾਲੀ ਸਾਈਡ ਤੋਂ ਲੱਗ ਕਰਕੇ ਇਸ ਗਰੁੱਪ ਨੂੰ ਗੋਲਡੀ ਬਰਾੜ ਅਮਰਿਤ ਬਲ ਦੇ ਗਰੁੱਪ ਨੂੰ ਦਿੱਤਾ ਸੀ, ਜੱਗੂ ਭਗਵਾਨਪੁਰੀਆ ਦੇ ਗੈਂਗ ਨੂੰ। ਔਰ ਇਹ ਪਿੱਛੇ ਪਾਇਆ ਗਿਆ ਕਿ ਇਹ ਫੇਰਾ ਵਾਰਿਆ ਪਿੰਡ ਅਜਨਾਲਾ ਸਾਈਡ ਦਾ ਰਹਿਣ ਵਾਲਾ ਹੈ। ਇਹ ਦੱਸਿਆ ਕਿ ਇਹਨੇ ਇੱਕ ਹਥਿਆਰ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਦਿੱਤਾ ਹੈ। ਉਹਦੇ ਬੇਸਿਸ ਤੇ ਸ਼ਮਸ਼ੇਰ ਸ਼ੇਰਾ ਦੀ ਪੁੱਛਗਿੱਛ ਔਰ ਤਲਾਸ਼ੀ ਤੇ ਇੱਕ 32 ਬੋਰ ਦਾ ਪਿਸਟਲ ਤੇ 4 ਰਾਉਂਡ 18 ਤਾਰੀਖ ਨੂੰ ਰਿਕਵਰ ਹੋਏ। ਇਹਦੇ ਹੀ ਸਾਥੀ ਇੱਕ ਪ੍ਰਿੰਸ ਚਾਰਲਸ ਹੈ ਜਿਹੜਾ ਕਿ ਉੱਥੇ ਦਾ ਲੋਕਲ ਰਹਿਣ ਵਾਲਾ ਸੀ, ਉਹਨੂੰ ਵੀ ਇਸ ਕੇਸ ਵਿੱਚ ਅਰੈਸਟ ਕੀਤਾ ਗਿਆ। ਪ੍ਰਿੰਸ ਚਾਰਲਸ ਜਿਹੜਾ ਹੈ ਲੋਕਲੀ ਇਹਨਾਂ ਨੂੰ ਐਮੂਨੀਸ਼ਨ ਲੈ ਕਰਕੇ ਔਰ ਇਹਨਾਂ ਨੂੰ ਸਪਲਾਈ ਕਰਦਾ ਸੀ, ਜਿਹੜੇ ਹਥਿਆਰ ਹਰਸਿਮਰਨ ਸਿੰਮਾ ਜਿਹੜਾ ਲੈ ਕਰਕੇ ਆਂਦਾ ਹੁੰਦਾ ਸੀ ਆਪਣੇ ਸਾਥ। ਇਹਦੇ ਸਾਰੇ ਪੈਸੇ ਜਿਹੜੇ ਪਾਏ ਗਏ ਕਿ ਪਿੱਛੇ ਅੰਮ੍ਰਿਤ ਬਲ ਇਹਨਾਂ ਨੂੰ ਅਰੇਂਜ ਕਰਕੇ ਔਰ ਇਹਨਾਂ ਨੂੰ ਜਿਹੜਾ ਹੈ ਮੋਟੀਵੇਟ ਕਰਕੇ ਅਰੇਂਜ ਕਰਵਾਉਂਦਾ ਸੀ। ਸੋ ਇਹਦੀ ਜਿਹੜੀ ਪੁੱਛਗਿੱਛ ਜਦੋਂ ਹੋਈ ਤੇ ਹਰਸਿਮਰਨ ਸਿੰਮਾ ਦੀ ਜਿਹੜੀ ਹੈ ਨਿਸ਼ਾਨਦੇਹੀ ਤੇ ਇੱਕ 32 ਬੋਰ ਦਾ ਹੋਰ ਪਿਸਟਲ ਤੇ 19 ਰਾਉਂਡ ਪੁਲਿਸ ਵੱਲੋਂ ਇਹਦੇ ਕੋਲੋਂ ਰਿਕਵਰ ਕੀਤੇ ਗਏ, ਜਿਹੜੇ ਬਟਾਲਾ ਸ਼ਹਿਰ ਦੇ ਵਿੱਚੋਂ ਕਰੇ ਗਏ। ਇਹਨਾਂ ਦੀ ਫਿਰ ਅੱਗੇ ਤਫਤੀਸ਼ ਦੇ ਵਿੱਚ 24/12 ਨੂੰ ਇੱਕ ਸ਼ਖਸ ਸ਼ਰਬਜੀਤ ਸਿੰਘ ਸਾਬੀ ਜਿਹੜਾ ਹੈ ਇਹਨੂੰ ਜਿਹੜਾ ਹੈ ਪੁਲਿਸ ਵੱਲੋਂ ਫੜਿਆ ਗਿਆ, ਜਿਹੜਾ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਸੀ। ਔਰ ਇਹਦੇ ਤੇ ਪਾਇਆ ਗਿਆ ਕਿ ਅਕਸਰ ਜਿਹੜੇ ਅਲੱਗ-ਅਲੱਗ ਸ਼ਹਿਰਾਂ ਤੋਂ ਗਨ ਹਾਊਸਿਸ ਤੋਂ ਇਹ ਐਮੂਨੀਸ਼ਨ ਇਸ ਗਰੁੱਪ ਨੂੰ ਅਰੇਂਜ ਕਰਾ ਕਰਕੇ ਦਿੰਦਾ ਸੀ। ਔਰ ਇਸ ਬਿਨਾਂ ਦੇ ਵਿੱਚ ਇਹਦੀ ਜਿਹੜੀ ਹੈ ਅਰੈਸਟ ਪਾਈ ਗਈ। 25 ਤਾਰੀਖ ਨੂੰ ਇਹਦੀ ਪੁੱਛਗਿੱਛ ਔਰ ਡਿਟੇਲਡ ਪੁੱਛਗਿੱਛ ਹਰਸਿਮਰਨ ਦੀ ਹੋਣ ਤੇ ਇੱਕ ਦਲਜੀਤ ਕੌਰ ਇਲੀਅਸ ਮਾਨੋ ਕਰਕੇ ਅੰਮ੍ਰਿਤ ਬਲ ਦੇ ਨਾਲ ਬਹੁਤ ਲੰਬੇ ਸਮੇਂ ਸੇ ਐਸੋਸੀਏਟ ਲੇਡੀ ਰਹੀ ਹੈ, ਜੋ ਕਿ ਝਾੜੂ ਨੰਗਲ ਬਾਬਾ ਬਕਾਲਾ ਦੇ ਨੇੜੇ ਦੇ ਪਿੰਡ ਦੀ ਰਹਿਣ ਵਾਲੀ ਹੈ। ਉਹਨੂੰ ਅਰੈਸਟ ਕਰਿਆ ਗਿਆ ਔਰ ਅਰੈਸਟ ਕਰਨ ਤੋਂ ਬਾਅਦ ਜਿਹੜਾ ਉਹਦੀ ਪੁੱਛਗਿੱਛ ਤੋਂ ਇਹ ਪਾਇਆ ਗਿਆ ਕਿ ਵੀ ਉਹ ਅਕਸਰ ਜਿਹੜੇ ਅੰਮ੍ਰਿਤ ਬਲ ਵੱਲੋਂ ਭੇਜੇ ਗਏ ਪੈਸੇ ਇਸ ਗਰੁੱਪ ਤੱਕ ਪਹੁੰਚਾਉਂਦੀ ਹੈ ਔਰ ਅੱਗੇ ਜਿਹੜਾ ਇਹਨਾਂ ਦੇ ਕਮਿਊਨੀਕੇਸ਼ਨ ਨੈਟਵਰਕ ਦੇ ਤੌਰ ਤੇ ਕੰਮ ਕਰਦੀ ਹੈ, ਇਹਨਾਂ ਦੇ ਮੈਸੇजेस ਪਹੁੰਚਾਉਂਦੀ ਹੈ। ਇਸ ਬਿਨਾਂ ਦੇ ਵਿੱਚ ਜਿਹੜਾ ਹੈ ਅੱਗੇ 8 ਜਨਵਰੀ ਨੂੰ ਫਾਈਨਲੀ ਹੁਣ ਲੇਟੈਸਟ 2 ਅਰੈਸਟ ਹੋਈ ਹੈ, ਜਿਹੜੇ ਵਿੱਚ ਵਾਰਿਸ ਅਲੀ ਤੇ ਰਫੀ, ਇਹ 2 ਸ਼ਖਸ ਜਿਹੜੇ ਮਲੇਰਕੋਟਲਾ ਤੋਂ ਅਰੈਸਟ ਹੋਏ ਹੈ। ਔਰ ਇਹਨਾਂ ਕੋਲੋਂ ਹਾਲੇ ਰਿਕਵਰੀ ਨਹੀਂ ਹੋਈ, ਪਰ ਇਹ ਪਾਇਆ ਗਿਆ ਕਿ ਰਫੀ ਜਿਹੜਾ ਹੈ ਇਹ ਇਨੀਸ਼ੀਅਲੀ ਜਿਹੜੇ 2 ਸ਼ਖਸ ਜੋ ਰਮੇਸ਼ ਔਰ ਮਹਿੰਦਰ, ਇਹ ਜਦੋਂ ਯਮੁਨਾ ਨਗਰ ਤੋਂ ਇੱਕ ਬੰਦਾ ਕੁਲਦੀਪ ਕਰਕੇ ਸੀ ਉਹਨੂੰ ਟਾਰਗੇਟ ਕਰ ਰਹੇ ਸੀ ਔਰ ਉਸ ਵੇਲੇ ਸਫਲ ਨਹੀਂ ਹੋ ਸਕੇ। ਕਾਫੀ ਦਿਨ ਇਹਨਾਂ ਨੇ ਰੈਕੀ ਕੀਤੀ ਔਰ ਉਸ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨੂੰ ਜਿਹੜਾ ਹੈ ਟਾਰਗੇਟ ਕਰੀਏ। ਉਸ ਵੇਲੇ ਰਫੀ ਇਨੀਸ਼ੀਅਲੀ ਜਿਹੜਾ ਹੈ ਐਜ਼ ਸੈਕੰਡ ਮੈਂਬਰ ਉਸ ਮੋਡਿਊਲ ਦਾ ਐਜ਼ ਸ਼ੂਟਰ ਸ਼ਾਮਲ ਹੋਇਆ ਸੀ, ਤੇ ਪਰ ਬਾਅਦ ਵਿੱਚ ਉਹ ਬੈਕ ਆਊਟ ਕਰਕੇ ਉੱਥੋਂ ਵਾਪਸ ਆ ਗਿਆ ਸੀ ਆਪਣੇ ਜਿਹੜੇ ਹੈਂਡਲਰ ਵਾਰਿਸ਼ ਕੋਲ। ਔਰ ਉਹਦੀ ਜਗ੍ਹਾ ਅੰਮ੍ਰਿਤ ਬਲ ਵੱਲੋਂ ਇੱਕ ਬੰਦਾ ਰਮੇਸ਼ ਜਿਹੜਾ ਜੋ ਬਾੜਮੇੜ ਵਾਲਾ ਹੈ ਉਹਨੂੰ ਭੇਜਿਆ ਗਿਆ ਸੀ। ਔਰ ਜਦੋਂ ਇਹ ਉੱਥੇ ਸਫਲ ਨਹੀਂ ਹੋਏ ਉਸ ਤੋਂ ਬਾਅਦ ਇਹਨਾਂ ਨੇ ਫਿਰ ਇਹਨਾਂ ਨੂੰ ਬਟਾਲਾ ਜਾ ਕਰਕੇ ਨਵਾਂ ਟਾਰਗੇਟ ਦੇਣ ਦੀ ਗੱਲ ਕਹੀ ਗਈ ਸੀ। ਸੋ ਓਵਰਆਲ ਜਿਹੜਾ ਹੈ ਇਸ ਸਾਰੇ ਮੋਡਿਊਲ ਦੇ ਵਿੱਚ ਸਾਡੀ ਜਿਹੜੀ ਹੈ ਜੋ ਇੱਥੇ ਦੀ ਪੁਲਿਸ ਪਾਰਟੀ ਹੈ, ਐਸਐਸਪੀ ਸਾਹਿਬ ਹੈ, ਰਿਆਮਾ ਹਰੀਸ਼ ਜੀ, ਮੈਡਮ ਜਿਹੜੀ ਹੈ ਪ੍ਰਗਿਆ ਜੈਨ, ਇਹਨਾਂ ਦੇ ਜਿਹੜੇ ਡੀਐਸਪੀ ਸਾਹਿਬ ਨੇ ਜਸ਼ਨ, ਉਹਨਾਂ ਵੱਲੋਂ ਤੇ ਸੀਆਈਏ ਟੀਮ ਹੈ, ਇਹਨਾਂ ਦੀ ਜਿਹੜੀ ਆਪਰੇਸ਼ਨਲ ਟੀਮ ਹੈ, ਸਾਡੀ ਇੰਟੈਲੀਜੈਂਸ ਐਸਐਸਓਸੀ ਦੀ ਟੀਮ, ਸਾਰਿਆਂ ਨੇ ਇਹਨਾਂ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਮਿਹਨਤ ਕੀਤੀ ਹੈ। ਔਰ ਕੁੱਲ ਹੁਣ ਤੱਕ 5 ਹਥਿਆਰ ਜਿਹੜੇ ਤੁਸੀਂ ਦੇਖ ਰਹੇ ਹੋ ਸਮੇਤ 53
53 ਜਿਹੜੇ ਕਾਰਟ੍ਰਿਜਸ ਉਹ ਬਰਾਮਦ ਹੋਏ। ਇਹਨਾਂ ਵਿੱਚੋਂ ਇੱਕ 9mm ਦਾ ਪਿਸਟਲ, 3 32 ਬੋਰ ਦੇ ਪਿਸਟਲ ਤੇ ਇੱਕ ਜਿਹੜਾ 315 ਬੋਰ ਦਾ ਕੱਟਾ ਜਿਹੜਾ ਇਹ ਰਿਕਵਰ ਹੋਇਆ ਹੈ। ਤੇ ਇੱਕ ਮੋਟਰਸਾਈਕਲ ਜਿਹੜੀ ਇਹਨਾਂ ਕੋਲੋਂ ਰਿਕਵਰ ਹੋਈ ਹੈ ਔਰ ਜਿਹੜੇ ਇਹਨਾਂ ਦੇ ਕੋਲ ਐਵੀਡੈਂਸਿਸ ਹੈ ਹਾਲੇ ਕਲੈਕਟ ਕੀਤੇ ਜਾ ਰਹੇ ਹਨ। ਕੁੱਲ ਮਿਲਾ ਕਰਕੇ ਇਸ ਮੋਡਿਊਲ ਦੇ ਵਿੱਚ ਹਾਲੇ ਤੱਕ 13 ਬੰਦੇ ਜਿਹੜੇ ਨੇ ਹੁਣ ਤੱਕ ਅਰੈਸਟ ਕਰ ਲਏ ਗਏ। ਇੱਕ ਤਰੀਕੇ ਸੇ ਇਹ ਵੱਡਾ ਜਿਹੜਾ ਹੈ ਡੈਂਟ ਹੈ ਜਿਹੜਾ ਅੰਮ੍ਰਿਤਪਾਲ ਔਰ ਗੋਲਡੀ ਬਰਾੜ ਗਰੁੱਪ ਜਿਹੜਾ ਹੈ ਹੁਣ ਨਵੇਂ ਸਿਰਿਓਂ ਟਾਰਗੇਟਡ ਕਿਲਿੰਗਸ ਕਰਨਾ ਚਾਹੁੰਦਾ ਸੀ, ਸੁਪਾਰੀ ਕਿਲਿੰਗਸ ਦੇ ਵਿੱਚ ਇੰਡਲਜ ਕਰ ਰਿਹਾ ਸੀ, ਉਸ ਨੂੰ ਜਿਹੜਾ ਇਹਨਾਂ ਨੇ ਬੇਨਕਾਬ ਕਰਿਆ ਔਰ ਕਾਫੀ ਲੰਬਾ ਜਿਹੜਾ ਹੈ ਆਪਰੇਸ਼ਨ ਬਹੁਤ ਚੰਗੀ ਤਰੀਕੇ ਸੇ ਜਿਹੜਾ ਹੈ ਇਸ ਨੂੰ ਚਲਾਇਆ ਹੈ। ਹਾਲੇ ਜਿਹੜੇ ਇਹਦੇ ਵਿੱਚ ਕੁਝ ਮੇਨ ਬੰਦੇ ਜਿਹੜੇ ਨਾਮਜ਼ਦ ਹੋਏ ਹੈ ਉਹਨਾਂ ਵਿੱਚੋਂ ਅੰਮ੍ਰਿਤਪਾਲ ਜਿਹੜਾ ਕਿ USA ਦਾ ਰਹਿਣ ਵਾਲਾ ਹੈ, ਹਾਲ ਪਿੱਛੇ ਜਿਹੜਾ ਹੈ ਇਹ ਮਾਡਲ ਟਾਊਨ ਪੁਲਤ ਦਾ ਰਹਿਣ ਵਾਲਾ ਹੈ। ਜੱਗੂ ਭਗਵਾਨਪੁਰੀਆ ਪ੍ਰਗਟ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਹੈ, ਹਾਲ ਇੰਗਲੈਂਡ ਰਹਿ ਰਿਹਾ ਹੈ। ਇੱਕ ਜੈਕ ਰਾਜਸਥਾਨ ਦਾ ਹੈ ਜਿਹੜਾ ਕਿ ਦੀਪਕ ਟੀਨੂ ਜਦੋਂ ਭੱਜਿਆ ਸੀ ਇਸਨੇ ਸਾਰਾ ਇਨੀਸ਼ੀਅਲੀ ਉਹਨੂੰ ਅਰੇਂਜ ਕਰਕੇ ਜਿਹੜਾ ਹੈਲਪ ਅਰੇਂਜ ਕੀਤੀ ਸੀ ਮਾਨਸਾ ਤੋਂ ਜਦੋਂ ਭੱਜਿਆ। ਇੱਕ ਪ੍ਰਮੋਦ ਬ੍ਰਾਹਮਣ ਜਿਹੜਾ ਹੈ ਇਹ ਅੰਮ੍ਰਿਤਸਰ ਦਾ ਆਈਡੈਂਟੀਫਾਈ ਹੋਏ ਹਨ। ਇਹਨਾਂ ਸਾਰਿਆਂ ਦੀ ਅਰੈਸਟ ਲਈ ਹਾਲੇ ਉਪਰਾਲੇ ਕੀਤੇ ਜਾ ਰਹੇ ਔਰ ਸਾਨੂੰ ਉਮੀਦ ਹੈ ਕਿ ਵੀ ਇਹਦੇ ਵਿੱਚ ਜੋ ਵੀ ਹੋਰ ਜਿਹੜੀ ਲੀਡਸ ਹੈ ਉਹਨਾਂ ਤੇ ਸਾਰਿਆਂ ਤੇ ਕੰਮ ਕਰਦੇ ਹੋਏ ਅਸੀਂ ਜੋ ਬਾਕੀ ਰਹਿੰਦੇ ਸ਼ਖਸ ਹੈ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰਾਂਗੇ। ਸਰ ਕਿੰਨੇ ਅਰੈਸਟ ਹੋਏ ਨੇ? ਹਾਲੇ ਤੱਕ 13 ਜਿਹੜੇ ਸ਼ਖਸ ਇਹਦੇ ਵਿੱਚ ਟੋਟਲ ਅਰੈਸਟ ਹੋ ਚੁੱਕੀਆਂ ਨੇ ਔਰ ਹਾਲੇ ਜਿਹੜੇ ਬਚੇ ਹੋਏ ਬੰਦੇ ਉਹਨਾਂ ਤੇ ਛਾਪੇਮਾਰੀਆਂ ਔਰ ਉਹਨਾਂ ਦੀ ਜਿਹੜੀ ਭਾਲ ਕੀਤੀ ਜਾ ਰਹੀ ਹੈ। ਤੇ ਇਹਨਾਂ ਨੇ ਪਹਿਲਾਂ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਨੂੰ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਹਦੇ ਵਾਰੰਟ ਜਾਰੀ ਕੀਤੇ ਨੇ। ਅੰਮ੍ਰਿਤਪਾਲ ਦੇ ਬਾਰੇ ਜਿਹੜਾ ਹੈ ਦੇਖੋ ਇਹਦੇ ਵਿੱਚ ਜੋ ਵੀ ਇਹਨਾਂ ਦੀ ਜਿਹੜੀ ਐਵੀਡੈਂਸਿਸ ਹੈ ਸਾਰੇ ਕਲੈਕਟ ਕਰਕੇ ਔਰ ਇਕੱਠਾ ਜਿਹੜਾ ਹੈ ਉਹਦਾ ਰੈੱਡ ਕਾਰਨਰ ਨੋਟਿਸ ਔਰ ਜੋ ਵੀ ਉਹਦੀ ਐਕਸਟ੍ਰਾਡੀਸ਼ਨ ਦੀ ਪ੍ਰੋਸੀਡਿੰਗ ਸ਼ੁਰੂ ਕੀਤੀ ਜਾਵੇਗੀ। ਇਹਨਾਂ ਨੇ ਪੰਜਾਬ ਦੇ ਵਿੱਚ ਪਹਿਲਾਂ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਜੀ? ਦੇਖੋ ਜਿਹੜੀ ਚੀਜ਼ ਹੈ ਹਰਸਿਮਰਨ ਸਿੰਮਾ ਦੇ ਬਾਰੇ ਇਹਦੇ ਵੱਲੋਂ ਕਾਫੀ ਬਾਰ ਵੈਪਨ ਲਾ ਕਰਕੇ ਔਰ ਆਪਣੇ ਗਰੁੱਪ ਨੂੰ ਸਪਲਾਈ ਕੀਤੇ ਗਏ ਹੈ ਔਰ ਜਿਹੜੇ ਵੱਖ-ਵੱਖ ਸ਼ਖਸ ਹੈ ਸਰਬਜੀਤ ਸਾਬੀ ਹੈ ਚਾਹੇ ਪ੍ਰਿੰਸ ਚਾਰਲਸ ਹੈ ਜਿਹੜਾ ਬਟਾਲੇ ਦੇ, ਇਹਨਾਂ ਵੱਲੋਂ ਵੀ ਜਿਹੜੇ ਵੈਪਨ ਜਿਹੜੇ ਹੈ ਉਹਨਾਂ ਦੇ ਲਈ ਐਮੂਨੀਸ਼ਨ ਵਗੈਰਾ ਅਰੇਂਜ ਕੀਤਾ ਰਹਾ। ਤਾਂ ਸਾਰਾ ਦਾ ਸਾਰਾ ਇਹਨਾਂ ਦਾ ਕਮਿਊਨੀਕੇਸ਼ਨ ਨੈਟਵਰਕ ਹੈ ਜਿਹੜਾ ਕਿ ਕਿਲਿੰਗ ਕਰਦੇ ਨੇ ਕਿ ਪੈਸੇ ਵੀ ਇਕੱਠੇ ਕਰਦੇ ਨੇ। ਨਹੀਂ, ਪੈਸੇ ਇਕੱਠੇ ਕਰਨ ਦਾ ਇਹਨਾਂ ਦਾ ਮੇਨ ਮੋਡਿਊਲ ਹੈ। ਦੇਖੋ ਕਿਲਿੰਗ ਤਾਂ ਜਿਹੜਾ ਹੈ ਬੇਸਿਕਲੀ ਇੱਕ ਤਰੀਕੇ ਸੇ ਇਹ ਆਪਣਾ ਜਿਹੜਾ ਰੈਕੀ ਵਗੈਰਾ ਕਰਦੇ ਹੈ, ਮੈਸੇਜ ਕਰਦੇ ਹੈ, ਲੋਕਾਂ ਨੂੰ ਧਮਕੀਆਂ ਦਿੰਦੇ ਹੈ ਪੈਸੇ ਦੇ ਲਈ ਜਿਹੜਾ ਮੈਸੇजेस ਪਹੁੰਚਾਉਣੇ ਆ ਉਹਦੇ ਬਾਅਦ ਜਿਹੜਾ ਹੈ ਫਿਰ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੇ ਪਰ ਮੋਸਟਲੀ ਇਹਨਾਂ ਦੇ ਇਹ ਰਹਿੰਦੇ। ਦੇਖੋ ਇਹਦੇ ਵਿੱਚ ਜਿਹੜਾ ਹੈ ਪ੍ਰਗਟ ਜੋ ਇੰਗਲੈਂਡ ਦਾ ਰਹਿਣ ਵਾਲਾ ਹੈ ਔਰ ਜੋ ਸੰਦੀਪ ਇੱਥੇ ਫੜਿਆ ਗਿਆ ਹੈ ਇਹਨਾਂ ਦੇ ਆਪਸ ਵਿੱਚ ਲਿੰਕ ਪਾਏ ਗਏ। ਇਸ ਚੀਜ਼ ਤੇ ਵਰਕ ਕੀਤਾ ਜਾ ਰਿਹਾ ਹੈ ਔਰ ਇਨੀ ਚੀਜ਼ਾਂ ਦੇ ਵਿੱਚ ਅੱਗੇ ਅਸੀਂ ਚੱਲ ਰਹੇ ਹਾਂ। ਹਾਲੇ ਜਿਹੜਾ ਇਹਦੇ ਵਿੱਚ ਪੂਰੀ ਤਰੀਕੇ ਸੇ ਡਿਸਕਲੋਜ਼ਰ ਨਹੀਂ ਕੀਤਾ ਜਾ ਸਕਦਾ ਪਰ ਸਾਡੇ ਵੱਲੋਂ ਇਸ ਪੱਖੋਂ ਤਫਤੀਸ਼ ਕੀਤੀ ਜਾ ਰਹੀ ਹੈ ਲਗਾਤਾਰ। ਸਰ ਜਿਹੜੀਆਂ ਇਹ ਵਸੂਲੀਆਂ ਹੈਗੇ ਨੇ, ਵਸੂਲੀਆਂ ਕਰਦੇ ਨੇ, ਫਰੌਤੀਆਂ ਮੰਗਦੇ ਹੈਗੇ ਨੇ, ਕਿੰਨੀਆਂ ਕੁ ਫਰੌਤੀਆਂ ਹੁਣ ਤੱਕ ਮੰਗੇ ਨੇ ਜਿਹੜੀਆਂ ਸਾਹਮਣੇ ਹਾਲੇ ਤੱਕ ਜਿਹੜਾ ਇਹ ਪਹਿਲੀ ਵਾਰ ਇੱਥੇ ਟਾਰਗੇਟ ਕਰਨ ਆਏ ਸੀ ਪਰ ਅੰਮ੍ਰਿਤਪਾਲ ਵੱਲੋਂ ਕਾਫੀ ਇੰਸਟੈਂਸਸ ਹੈ ਜਿਹੜੇ ਵਿੱਚ ਇਹ ਨਾਮਜ਼ਦ ਹੈ ਔਰ ਪਹਿਲੇ ਵੀ ਇਸਨੇ ਇਸ ਤਰੀਕੇ ਦੀ ਐਕਟੀਵਿਟੀਜ਼ ਕੀਤੀਆਂ। ਅੰਮ੍ਰਿਤਪਾਲ ਕੱਲਾ ਨਹੀਂ ਹੈ, ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਇਹ ਗੋਲਡੀ ਬਰਾੜ ਦੇ ਨਾਲ ਮਿਲ ਕੇ ਕੰਮ ਕਰਦਾ ਹੈ। ਸੋ ਪਹਿਲੇ ਇਹ ਲਾਰੈਂਸ ਦਾ ਨਾਮ ਇਸਤੇਮਾਲ ਕਰਦੇ ਸੀ, ਫਿਰ ਗੋਲਡੀ ਜਦੋਂ ਧੀਰੇ ਧੀਰੇ ਹੌਲੀ ਜਿਹੜਾ ਹੈ ਉਹਨੇ ਆਪਣੇ ਟਵੀਟਸ ਵਗੈਰਾ ਪਾਈ, ਹੋਰ ਚੀਜ਼ਾਂ ਜਿਹੜੀ ਨੋਨ ਹੋ ਗਿਆ ਤੇ ਉਹਦੇ ਵੱਲੋਂ ਹੀ ਇਸ ਵੇਲੇ ਅੰਮ੍ਰਿਤਪਾਲ ਅੱਗੇ ਆ ਕਰਕੇ ਆਪਣੇ ਵੱਲੋਂ ਕਾਰਵਾਈਆਂ ਜ਼ਿਆਦਾ ਕਰਦਾ। ਸਰ ਕਿੱਥੋਂ ਆ ਰਹੇ ਜਿਹੜੇ ਹਥਿਆਰ ਇਹਨਾਂ ਕੋਲੋਂ ਸਰਹੱਦੋਂ ਪਾਰ ਆਏ? ਮੈਂ ਤੁਹਾਨੂੰ ਦੱਸਿਆ ਕਿ ਵੀ ਜਿਹੜਾ ਹਰਸਿਮਰਨ ਸਿੰਮਾ ਹੈ ਇਹ ਬੇਸਿਕਲੀ ਜਿਹੜਾ ਹੈ ਹਥਿਆਰ ਮੱਧ ਪ੍ਰਦੇਸ਼ ਤੋਂ ਲਾ ਕਰਕੇ ਇਸ ਏਰੀਆ ਵਿੱਚ ਇਹਨਾਂ ਨੂੰ ਸਪਲਾਈ ਕਰਦਾ ਸੀ ਔਰ ਇਸ ਗਰੁੱਪ ਦੇ ਕੋਈ ਵੱਡੀ ਗੱਲ ਨਹੀਂ ਹੈ ਕਿ ਬਾਹਰ ਸਾਈਡ ਤੋਂ ਸਰਹੱਦ ਪਾਰੋਂ ਵੀ ਜਿਹੜਾ ਲਿੰਕ ਹੋ ਕਰਕੇ ਹਥਿਆਰ ਉੱਥੋਂ ਵੀ ਮੁਹੱਈਆ ਹੋ ਰਹੇ ਨੇ। ਮੇਰੀ ਇਹ ਬਹੁਤ ਡਿਟੇਲ ਇਸ ਪੱਖੋਂ ਨਹੀਂ ਕਰਨਗੇ ਪਰ ਜੇਕਰ ਕੋਈ ਇਸ ਤਰੀਕੇ ਦੀ ਚੀਜ਼ ਆਏਗੀ ਇਨ ਡਿਊ ਕੋਰਸ ਅਸੀਂ ਤੁਹਾਨੂੰ ਦੱਸਣਗੇ। ਸਰ ਜਿਹੜੀ ਟਾਰਗੇਟ ਕਿਲਿੰਗ ਦੀ ਹੈ ਇਹ ਕਿਸ ਤਰ੍ਹਾਂ ਦੇ ਜਿਹੜੇ ਨੌਜਵਾਨ ਹਾਇਰ ਕਰਦੇ ਸੀ ਜਿਹੜੇ ਬਾਹਰ ਬੈਠੇ ਨੇ ਆਪਣੇ ਅੰਮ੍ਰਿਤਪਾਲ? ਦੇਖੋ ਇਹ ਚੀਜ਼ ਜਿਹੜੀ ਇੰਪੋਰਟੈਂਟ ਹੈ ਸਾਨੂੰ ਸਾਰਿਆਂ ਦੇ ਲਈ, ਇਹਦੇ ਲਈ ਇਟ ਇਜ਼ ਅ ਇੰਪੋਰਟੈਂਟ ਸਬਕ ਕਿ ਸਾਡੇ ਪੰਜਾਬ ਦੇ ਵਿੱਚ ਹੀ ਨਹੀਂ ਬਾਹਰ ਵੀ ਬੱਚੇ ਇਹੋ ਜਿਹੇ ਹੈ ਜਿਹੜੇ ਕਿ ਵਨਰੇਬਲ ਹੈ, ਜੋ ਗਰੀਬ ਪਰਿਵਾਰਾਂ ਤੋਂ ਆਉਂਦੇ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਜ਼ਿੰਦਗੀ ਵਿੱਚ ਬਹੁਤ ਛੇਤੀ ਅਮੀਰ ਬਣੀਏ, ਅੱਗੇ ਨਿਕਲੀਏ। ਇਹੋ ਜਿਹੇ ਬੱਚੇ ਜਿਹੜੇ ਨੇ ਜੋ ਕਿ ਆਪਸ ਵਿੱਚ ਲੜਾਈ ਝਗੜਿਆਂ ਵਿੱਚ ਪੈ ਜਾਂਦੇ ਹੈ, ਛੋਟੇ-ਮੋਟੇ ਕੇਸ ਹੋ ਜਾਂਦੇ। ਮੈਂ ਐਗਜ਼ਾਮਪਲ ਲੈਣਾ ਕਿ ਜਿਹੜਾ ਇਹ ਲੜਕਾ ਜੋ ਮੋਹਿੰਦਰ ਹੈ, ਮੋਹਿੰਦਰ ਡਿੱਕੇ ਜਿਹੜਾ ਹੈ ਪਿੱਛੇ ਭੋਪਾਲ ਦਾ ਰਹਿਣ ਵਾਲਾ ਹੈ ਔਰ ਇੱਥੇ ਪਹਿਲੇ ਆਪਣੇ ਰਿਸ਼ਤੇਦਾਰ ਕੋਲ ਆ ਕਰਕੇ ਕੇਟਰਿੰਗ ਦਾ ਕੰਮ ਚੰਡੀਗੜ੍ਹ ਕਰਨ ਲੱਗਿਆ। ਉੱਥੇ ਜਿਹੜਾ ਹੈ ਇਹਦੇ ਵੱਲੋਂ ਇੱਕ ਝਗੜਾ ਹੋ ਗਿਆ ਆਪਣੇ ਮੇਨ ਮੈਨੇਜਰ ਜਿਹੜਾ ਇਹਦਾ ਸੀ, ਜੋ ਹੈੱਡ ਸੀ, ਉਹਨੂੰ ਜਿਹੜਾ ਇੱਕ ਵਾਰ ਉਹਨੇ ਇਹਨੂੰ ਚਪੇੜ ਮਾਰ ਦਿੱਤੀ। ਇਹਨੇ ਜਾ ਕਰਕੇ ਕੇਟਰਿੰਗ ਜਦੋਂ ਹੁੰਦੀ ਉਹਦੇ ਬਾਅਦ ਉਹਨੂੰ ਕੇਅਰ ਕਰਕੇ ਉਹਨੂੰ ਸਿੱਧਾ ਹੀ ਚਾਕੂ ਖਰੀਦਿਆ ਹੋਇਆ ਸੀ, ਇਹਨੇ ਚਾਕੂ ਨਾਲ ਉਹਨੂੰ ਪੇਟ ਤੇ ਵਾਰ ਕੀਤਾ। 307 ਦਾ ਪਰਚਾ ਹੋਣ ਕਰਕੇ 2019 ਦੇ ਵਿੱਚ ਇਹ ਜੇਲ੍ਹ ਚਲਾ ਗਿਆ। ਜੇਲ੍ਹ ਵਿੱਚ ਇਹਨੂੰ ਦੀਪਕ ਜਿਹੜਾ ਆਪਣਾ ਲਾਰੈਂਸ ਸੰਪਤ ਨੇਰਾ ਦਾ ਕਰੀਬੀ ਹੈ ਉਹ ਜੇਲ੍ਹ ਦੇ ਵਿੱਚ ਇਹਨੂੰ ਟੱਕਰਾਇਆ। ਉੱਥੇ ਇਹਨੇ ਉਹਨੂੰ ਰਿਕੁਐਸਟ ਕੀਤੀ ਕਿ ਜੀ ਮੈਨੂੰ ਬੇਲ ਕਰਾਓ, ਇਹਨੂੰ ਬਾਹਰ ਨਿਕਾਲੋ। ਉਹਨੇ ਇਹਨੂੰ ਕਿਹਾ ਕਿ ਵੀ ਤੂੰ ਕੀ ਪਲੈਜ ਕਰਦਾ ਹੈ ਤੇ ਉਸ ਬੇਸਿਸ ਤੇ ਇਹਨੇ ਪਲੈਜ ਕੀਤਾ ਕਿ ਮੈਂ ਤੁਹਾਡੇ ਗੈਂਗ ਲਈ ਕੰਮ ਕਰਾਂਗਾ।
ਤੇ ਅੱਗੇ ਜੇਕਰ ਤੁਸੀਂ ਕਹੋਗੇ ਤੇ ਮੈਂ ਕੁਝ ਨਾ ਕੁਝ ਜੋ ਵੀ ਚੀਜ਼ ਕਹੋਗੇ ਉਹ ਕੰਮ ਕਰਕੇ ਦਿਖਾਵਾਂਗਾ। ਸਰ, ਇਹਨਾਂ ਨੇ ਸੋ ਜਿਹੜਾ ਦੀਪਕ ਹੈ ਬਨੂੜ ਵਾਲਾ, ਉਹਨੇ ਆ ਕਰਕੇ ਇਹਦੀ ਬੇਲ ਬੂਲ ਅਰੇਂਜ ਕਰਾਈ ਔਰ ਉਹਦੇ ਬਾਅਦ ਜਿਹੜਾ ਹੁਣ ਉਹ ਗੈਂਗ ਇਹਨੂੰ ਇਸਤੇਮਾਲ ਕਰਨ ਲੱਗਿਆ। ਸੋ ਗਰੀਬ ਬੰਦੇ ਕੁਝ ਜਿਹੜਾ ਜਿੱਦਾਂ ਇਹ ਰਮੇਸ਼ ਦੇ ਬਾਰੇ ਗੱਲ ਆਈ ਹੈ, ਰਮੇਸ਼ ਦੇ ਬਾਰੇ ਗੱਲਬਾਤ ਆਈ ਹੈ ਕਿ ਉਹ ਫੇਸਬੁੱਕ ਤੇ ਜਿਹੜਾ ਉਹਨੇ ਅਪਰੋਚ ਕੀਤਾ ਆਪਣੇ ਜਿਹੜੇ ਇਹਨਾਂ ਦੇ ਸਾਥੀਆਂ ਨੂੰ, ਗੋਲਡੀ ਨੂੰ, ਔਰ ਉੱਥੋਂ ਇਹਨਾਂ ਨੂੰ ਪਿਕਅਪ ਕੀਤਾ ਤੇ ਇਹਨੂੰ ਟਾਸਕਿੰਗ ਕੀਤੀ। ਇसी तरीके से ਜਿਹੜੇ ਦੋ ਬੰਦੇ ਮਲੇਰਕੋਟਲਾ ਵਾਲੇ ਮੈਂ ਤੁਹਾਨੂੰ ਦੱਸੇ ਹੈ, ਜਿਹੜੇ ਨਾਮ ਵਾਰਿਸ ਅਲੀ ਤੇ ਰਫੀ, ਇਹ ਦੋ ਪਤਾ ਚਲੇ ਨੇ। ਇਹਨਾਂ ਨੇ ਵੀ ਡਾਇਰੈਕਟ ਜਿਹੜਾ ਹੈ ਵਾਇਆ ਫੇਸਬੁੱਕ ਅੰਮ੍ਰਿਤਪਾਲ ਨਾਲ ਸੰਪਰਕ ਕੀਤਾ ਕਿ ਵੀ ਅਸੀਂ ਜਿਹੜਾ ਹੈ ਕੁਝ ਤੁਹਾਡੇ ਗੈਂਗ ਨਾਲ ਮਿਲ ਕਰਕੇ ਸ਼ਾਮਿਲ ਹੋਣਾ ਚਾਹੁੰਦੇ। ਸੋ ਐਸੇ ਬਹੁਤ ਸਾਰੇ ਐਗਜ਼ਾਮਪਲ ਸਾਡੇ ਕੋਲ ਆ ਰਹੇ ਹਨ ਜਿੱਥੇ ਕਿ ਬੱਚੇ ਮਿਸਗਾਈਡ ਹੋ ਕਰਕੇ ਔਰ ਇਹਨਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਵੱਲ ਜਾਈਏ ਤੇ ਸਾਨੂੰ ਜਿਹੜਾ ਹੈ ਜਲਦੀ ਖਿਆਤੀ ਮਿਲੇਗੀ, ਸਾਨੂੰ ਪੈਸਾ ਮਿਲੇਗਾ, ਅਸੀਂ ਜਿਹੜਾ ਵੱਡੇ ਗਰੁੱਪ ਨਾਲ ਹੋ ਜਾਣਗੇ। ਤੁਸੀਂ ਇਹ ਸਾਰੇ ਸਮਝ ਸਕਦੇ ਹੋ ਕਿ ਜਿਹੜੇ ਬੰਦੇ ਬਾਹਰੋਂ ਇਹ ਸਾਰਾ ਆਪਣੇ ਯੂਥ ਨੂੰ ਵਰਗਲਾ ਰਹੇ ਨੇ ਜਾਂ ਜਿਸ ਵੀ ਤਰੀਕੇ ਦੀ ਜਿਹੜੀ ਹੈ ਉਹਨਾਂ ਨੂੰ ਲਿਓਰ ਕਰ ਰਹੇ ਹੈ ਕਿ ਅਸੀਂ ਬਹੁਤ ਜ਼ਿਆਦਾ ਛੇਤੀ ਉਹਨਾਂ ਨੂੰ ਬਾਹਰ ਲੈ ਜਾਣਗੇ, ਪੈਸੇ ਦੇ ਦੇਣਗੇ, ਅਮੀਰ ਬਣਾ ਦੇਣਗੇ, ਉਹ ਆਪ ਤਾਂ ਸਾਰੇ ਕੇ ਸਾਰੇ ਪਕੌੜੇ ਹੋਏ ਹੋਏ, ਸਾਰੇ ਕੇ ਸਾਰੇ ਵਿਦੇਸ਼ਾਂ ਵਿੱਚ ਬੈਠ ਕਰਕੇ ਇਹਨਾਂ ਨੂੰ ਜਿਹੜਾ ਹੈ ਮਿਸਗਾਈਡ ਕਰ ਰਹੇ ਹੈ, ਉੱਥੋਂ ਜਿਹੜਾ ਹੈ ਪੈਸੇ ਦੀ ਉਗਰਾਈ ਕਰ ਰਹੇ ਹੈ, ਇਲੀਗਲ ਐਕਟੀਵਿਟੀਜ਼ ਕਰ ਰਹੇ ਹੈ। ਤੇ ਇਸ ਤਰੀਕੇ ਸੇ ਜਿਹੜਾ ਸਾਡਾ ਯੂਥ ਹੈ ਉਸ ਨੂੰ ਇਹੋ ਜਿਹੀ ਐਕਟੀਵਿਟੀਜ਼ ਤੋਂ ਦੂਰ ਰਹਿਣਾ ਚਾਹੀਦਾ, ਕਿਉਂਕਿ ਲਗਾਤਾਰ ਜਿਹੜੀ ਹੈ ਪੁਲਿਸ ਜੋ ਇੱਥੇ ਜਦੋਂ ਕਾਰਵਾਈ ਕਰਦੀ ਹੈ ਸਾਰੇ ਕੇ ਸਾਰੇ ਲੋਕਲ ਬੰਦੇ ਉਹ ਸਾਰੇ ਫੜੇ ਜਾਂਦੇ ਹੈ ਔਰ ਵਿਦੇਸ਼ ਵਿੱਚ ਬੈਠੇ ਬੰਦੇ ਜਿਹੜੇ ਨੇ ਫਿਰ ਵੀ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਹੈ, ਉਹਨਾਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਔਰ ਮੈਨੂੰ ਲੱਗਦਾ ਉਹ ਵੀ ਜਿਹੜੇ ਜ਼ਿਆਦਾ ਦੇਰ ਤੱਕ ਸੇਫ ਨਹੀਂ ਹੈ ਉਹਨਾਂ ਨੂੰ ਵੀ ਛੇਤੀ ਇੱਥੇ ਲੈ ਆਇਆ। ਸਰ ਕਿਹੜੇ ਸਟੇਟ ਹੋ ਰਹੇ ਸੀ ਸਾਰੇ ਇਹ ਸ਼ਾਰਪ ਸ਼ੂਟਰ ਤਿਆਰ Basically ਇਹਨਾਂ ਨੇ ਕਿੰਨੀਆਂ ਟਾਰਗੇਟ ਕਿਲਿੰਗਾਂ ਰੋਕੀਆਂ ਨੇ, ਪਤਾ ਲੱਗਿਆ ਕਿ ਕਈਆਂ ਦੇ ਨਾਮ ਵੀ ਦੇਖੋ ਇਹਨਾਂ ਨੇ ਦੱਸੀ ਹੈ ਗੱਲਾਂ, ਸਾਡੇ ਕੋਲ ਹੋਰ ਵੀ 2-3 ਆਏ ਹੈ ਗੱਲ ਜਿਹੜੀ ਕਿ ਅਸੀਂ ਬਹੁਤ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਹਾਈਲਾਈਟ ਹੋ ਜਾਂਦੇ ਬੰਦੇ, ਫਿਰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ, ਪਰ ਸਾਡੇ ਨੌਲੇਜ ਵਿੱਚ ਹੈ ਐਟਲੀਸਟ 3 ਜਗ੍ਹਾ ਦੀ ਜਿਹੜੀ ਇਹਨਾਂ ਨੇ ਗੱਲਬਾਤ ਕੀਤੀ, ਪਰ ਟਾਰਗੇਟਸ ਇਹਨਾਂ ਕੋਲ ਹੋਰ ਵੀ ਹੈ। ਇਹ ਲਗਾਤਾਰ ਜਿੱਥੇ ਵੀ ਕਈ ਫੋਨ ਕਰਦੇ ਹੈ, ਜਿੱਥੇ ਕੋਈ ਧਮਕੀਆਂ ਦਿੰਦੇ ਉਹ ਬੰਦੇ ਕਿਸੇ ਨੂੰ ਵੀ ਜਿਹੜਾ ਹੈ ਇਸ ਤਰੀਕੇ ਦੀ ਪ੍ਰੋਬਲਮ। ਸਰ ਇਹ ਪੰਜਾਬ 'ਚ ਕੰਮ ਕਰ ਰਹੇ ਸੀ ਜਾਂ ਇੰਟਰ ਸਟੇਟ ਗੈਂਗ ਦੇਖੋ ਕਰ ਸਕਦੇ ਹਾਂ? ਇੱਕ ਚੀਜ਼ ਹੋਰ ਮੈਂ ਹਾਈਲਾਈਟ ਕਰਨਾ ਚਾਹੁੰਦਾ ਕਿ ਵੀ ਕਿਉਂਕਿ ਇਹ ਤਾਂ ਚਲੋ ਵਨ ਆਫ ਦੀ ਮੇਨ ਗੈਂਗਸ ਹੈ, ਪਰ ਬਹੁਤੇ ਬੰਦੇ ਐਸੇ ਹੁੰਦੇ हैं ਜਿਨ੍ਹਾਂ ਨੂੰ ਕਿ ਫੇਕ ਕਾਲਸ ਬੜੀ ਆਉਂਦੀਆਂ, तो ਗੱਲ ਇਹ ਰਹਿੰਦੀ ਹੈ ਕਿ ਵੀ ਇਹਨਾਂ ਦਾ ਨਾਂ ਲੈ ਕਰਕੇ ਗੈਂਗਸਟਰ ਦਾ ਨਾਂ ਲੈ ਕਰਕੇ ਬੜੀ ਸਾਰੀ ਫੇਕ ਕਾਲਸ ਓਰੀਜਿਨੇਟ ਹੁੰਦੀ ਹੈ, ਉਹਨਾਂ ਤੇ ਵੀ ਅਸੀਂ ਵਰਕ ਕਰਦੇ ਹਾਂ। ਇੱਕ ਐਕਸਟੋਰਸ਼ਨ ਕਾਲ ਨੂੰ ਬਹੁਤ ਸੀਰੀਅਸਲੀ ਵਰਕ ਕਰ ਰਹੇ ਹਾਂ ਔਰ ਸਾਡੇ ਵੱਲੋਂ ਹਰ ਹੀਲੇ ਦੇ ਵਿੱਚ ਇਹ ਮਤਲਬ ਪੂਰੇ ਉਪਰਾਲੇ ਕੀਤੇ ਜਾ ਰਹੇ ਹਨ ਕਿ ਜੋ ਕੋਈ ਕਾਲ ਹੈ, ਡੀਜੀ ਸਾਹਿਬ ਦੀ ਹਦਾਇਤ ਹੈ, ਸਾਨੂੰ ਸੀਐਮ ਸਾਹਿਬ ਦੀ ਹਦਾਇਤ ਹੈ ਕਿ ਵੀ ਹਰ ਹਾਲਤ ਦੇ ਵਿੱਚ ਇਹੋ ਜਿਹੇ ਕੇਸਿਸ ਟ੍ਰੇਸ ਕੀਤੇ ਜਾਣ। ਐਕਸਟੋਰਸ਼ਨ ਕੇਸਿਸ ਦੇ ਵਿੱਚ ਜਿੱਥੇ ਕੋਈ ਬੰਦੇ ਫੇਕ ਕਾਲਿੰਗ ਕਰ ਰਹੇ ਜਾਂ ਅਸਲ ਕਾਲਿੰਗ ਕਰ ਰਹੇ, ਦੋਨੋਂ ਦੇ ਵਿੱਚ ਜਿਹੜਾ ਜੜ ਤੱਕ ਪਹੁੰਚ ਕਰਕੇ ਉਹਨਾਂ ਨੂੰ ਅਰੈਸਟ ਕੀਤਾ। ਸਰ ਜਿਸ ਤਰ੍ਹਾਂ ਪੱਤਰਕਾਰ ਦਾ ਵੀ ਕੋਈ ਇਹਨਾਂ ਦਾ ਕਨੈਕਟੀਵਿਟੀ ਹੈ? ਨਹੀਂ ਦੇਖੋ ਜਨਰਲੀ ਇਹਨਾਂ ਦਾ ਇਸ ਮੋਡਿਊਲ ਦਾ ਜਿਹੜਾ ਉਸ ਨਾਲ ਕੋਈ ਡਾਇਰੈਕਟ ਲਿੰਕ ਕਿਤੇ ਵੀ ਨਹੀਂ ਆਇਆ ਸਰ। ਜਿਸ ਤਰ੍ਹਾਂ ਡੇ ਬਾਈ ਡੇ ਖਾਲਿਸਤਾਨ ਦੇ ਸਲੋਗਨ ਵੀ ਲਿਖੇ ਜਾਂਦੇ ਨੇ, ਕੋਈ ਸਿੱਖ ਫॉर ਜਸਟਿਸ ਨਾਲ ਕਨੈਕਸ਼ਨ ਸਾਹਮਣੇ ਆਇਆ? ਦੇਖੋ ਐਸੀ ਚੀਜ਼ ਨਹੀਂ ਹੈ, ਪਰ ਜਿਹੜੇ ਵੀ ਕੋਈ ਕਨੈਕਸ਼ਨਸ ਹੈ ਉਹਨਾਂ ਤੇ ਅਸੀਂ ਵਰਕ ਕਰ ਰਹੇ ਹਾਂ। ਇਹਨਾਂ ਦੇ ਕੁਝ ਕਨੈਕਸ਼ਨਸ ਹੈ ਜਿਨ੍ਹਾਂ ਤੇ ਵਰਕ ਕੀਤਾ ਜਾ ਰਿਹਾ ਹੈ ਔਰ ਮੈਂ ਇਸ ਵੇਲੇ ਤਫਤੀਸ਼ ਅਧੀਨ ਹੋਣ ਕਰਕੇ ਜ਼ਿਆਦਾ ਡਿਸਕਲੋਜ਼ਰ ਨਹੀਂ ਕਰ ਸਕਦਾ। ਸਰ ਇਸ ਕੇਸ ਨੂੰ ਕਿੰਨੀ ਗੰਭੀਰਤਾ ਨਾਲ ਲੈ ਕੇ ਚੱਲਿਆ ਜਾ ਰਿਹਾ ਹੈ ਜਾਂ ਪੁਲਿਸ ਵੱਲੋਂ? ਨਹੀਂ ਦੇਖੋ ਸਾਡੇ ਕੋਲ 13 ਬੰਦੇ ਹਾਲੇ ਤੱਕ ਅਰੈਸਟ ਕਰ ਲਏ ਗਏ, 5 ਹਥਿਆਰ 53 ਜਿਹੜੇ ਰਾਉਂਡ ਹੈ ਉਹ ਰਿਕਵਰ ਕੀਤੇ ਗਏ। ਇਹਨਾਂ ਦਾ ਮੇਜਰ ਮੋਡਿਊਲ ਜਿਹੜਾ ਇੱਥੇ ਹੀ ਨਹੀਂ ਜੋ ਅਮਲੋ ਖੰਨਾ, ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ, ਬਟਾਲਾ ਸ਼ਹਿਰ, ਸਾਰੀ ਜਗ੍ਹਾ ਦੇ ਵਿੱਚ ਆਪਰੇਟ ਕਰਦਾ ਪਿਆ ਸੀ। ਇੰਟਰ ਸਟੇਟ ਆਰਮ ਸਮਗਲਿੰਗ ਵਿੱਚ ਇਨਵੋਲਵ ਸੀ। ਉਹਨਾਂ ਸਾਰਿਆਂ ਨੂੰ ਇਵਨ ਜਿਹੜੇ ਮਨੀ ਟ੍ਰਾਂਸਫਰ ਦੇ ਰਿਲੇਟਡ ਇਹਨਾਂ ਦੇ ਜਿਹੜੇ ਜ਼ਰੀਏ ਸੀ ਉਹਨਾਂ ਸਾਰਿਆਂ ਨੂੰ ਪਲੱਗ ਕੀਤਾ ਔਰ ਅਸੀਂ ਪੂਰੀ ਕੋਸ਼ਿਸ਼ ਵਿੱਚ ਹੈ ਕਿ ਇਹਨਾਂ ਦੇ ਜਿਹੜੇ ਗਰੁੱਪ ਦੇ ਜਿਹੜੇ ਸਾਰੇ ਜਿੱਥੇ ਵੀ ਕਨੈਕਸ਼ਨਸ ਹੈ ਉਹਨਾਂ ਸਾਰਿਆਂ ਨੂੰ ਬੇਨਕਾਬ ਕਰਕੇ ਭਾਈ ਸਾਹਿਬ ਤੁਸੀਂ ਜਿਹੜੀ ਟੀਮ ਨੇ ਪਰ ਕਿੰਨੇ ਬੰਦੇ ਸਨ ਟਾਰਗੇਟ ਤੇ? ਟਾਰਗੇਟ ਤੇ ਅੰਦਾਜ਼ਾ ਕਿੰਨੇ ਸਨ? ਨਹੀਂ ਬੰਦੇ ਟਾਰਗੇਟ ਤੇ ਕਾਫੀ ਸੀ, ਪਰ ਅਸੀਂ ਜਿਹੜਾ ਐਗਜ਼ੈਕਟ ਨਹੀਂ ਤੁਹਾਨੂੰ ਦੱਸ ਸਕਦੇ ਕਿਉਂਕਿ ਇਹਨਾਂ ਦੇ ਐਗਜ਼ੈਕਟ ਇਹਨਾਂ ਨੂੰ ਸਾਰਿਆਂ ਨੂੰ ਖੁਦ ਵੀ ਨਹੀਂ ਪਤਾ ਹੁੰਦਾ, ਇਹਨਾਂ ਨੂੰ ਮੌਕੇ ਤੇ ਹੀ ਦੱਸਿਆ ਜਾਂਦਾ ਹੈ। ਪਰ ਜਿਹੜਾ ਸਾਨੂੰ ਪਤਾ ਐਟਲੀਸਟ 2-3 ਸ਼ਖਸ ਤਾਂ ਇਹਨਾਂ ਨੇ ਜਿਹੜਾ ਡਾਇਰੈਕਟਲੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਤੇ ਰੱਕੀ ਰੁਕੀ ਇਹ ਕਰ ਚੁੱਕੇ ਸੀ। ਸਰ ਜਿਹੜੀ ਟੀਮ ਨੇ ਬਸਟ ਕੀਤਾ ਗੈਂਗ, ਉਹਨਾਂ ਦੀ ਜਿਹੜੀ ਆ ਪ੍ਰਮੋਸ਼ਨ ਜਾਂ ਹੌਸਲਾ ਅਫਜ਼ਾਈ ਦੇਖੋ ਜੋ ਵੀ ਹੋਊਗਾ ਡਿਪਾਰਟਮੈਂਟਲੀ ਅਸੀਂ ਜ਼ਰੂਰ ਕਰਦੇ ਹੀ ਹੁੰਦੇ ਔਰ ਇਹਨਾਂ ਨੂੰ ਜੋ ਸਾਡੇ ਵੱਲੋਂ ਤੋਂ मतलब अप्रिसिएशन तो दी जाएगी गस्टेड ऑफिसर्स, बाकी भी जो होगा वी विल सी की वट एवर बेस्ट रिवार्ड्स आर पॉसिबल इन्होंने दिवाए जाए। थैंक यू सर। थैंक यू।